ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਅੱਜ ਮੈਂ ਤੁਹਾਡੇ ਨਾਲ ਸੇਵਾ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਸਾਖੀ ਸਾਂਝੀ ਕਰਨ ਜਾ ਰਿਹਾ ਹਾਂ। ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦਾ ਜਨਮ ਮਾਤਾ ਸੁਲੱਖਣੀ ਦੀ ਕੁੱਖੋਂ ਪਿਤਾ ਤੇਜਭਾਨ ਦੇ ਗ੍ਰਹਿ ਵਿਖੇ ਹੋਇਆ। ਸਿੱਖ ਬਣਨ ਤੋਂ ਪਹਿਲਾਂ ਬਾਬਾ ਅਮਰਦਾਸ ਜੀ ਨੇ ਬਹੁਤ ਸਾਰਾ ਸਮਾਂ ਹਿੰਦੂ ਧਰਮ ਦੀ ਵੈਸ਼ਨਵ ਮੱਤ ਦਾ ਪਾਲਣ ਕੀਤਾ। ਆਪ 21 ਵਾਰ ਹਰਿਦੁਆਰ ਵੀ ਗਏ। ਇੱਕ ਵਾਰ ਬਾਬਾ ਅਮਰਦਾਸ ਜੀ ਕੋਲ ਇੱਕ ਵੈਸ਼ਨਵ ਮੱਤ ਦਾ ਸੰਤ ਆਇਆ ਤੇ ਕਹਿਣ ਲੱਗਾ, ਸਾਨੂੰ ਸਾਡੀ ਕੋਈ ਸੇਵਾ ਕਰੋ, ਅਸੀਂ ਭੁੱਖੇ ਭਾਣੇ ਹਾਂ। ਬਾਬਾ ਅਮਰਦਾਸ ਜੀ ਨੇ ਉਹਨਾਂ ਨੂੰ ਭੋਜਨ ਛਕਾਇਆ ਤੇ ਉਹਨਾਂ ਵਿੱਚ ਗੱਲਾਂ ਚੱਲ ਪਈਆਂ। ਵੈਸ਼ਨਵ ਮੱਤ ਦਾ ਸੰਤ ਉਹਨਾਂ ਨੂੰ ਪੁੱਛਣ ਲੱਗਾ ਕਿ ਤੁਹਾਡਾ ਗੁਰੂ ਕੌਣ ਹੈ। ਬਾਬਾ ਅਮਰਦਾਸ ਜੀ ਕਹਿੰਦੇ, 21 ਵਾਰ ਹਰਿਦੁਆਰ ਹੋ ਆਏ ਆ ਕਿ ਅਜੇ ਵੀ ਗੁਰੂ ਦੀ ਲੋੜ ਹੈ। ਵੈਸ਼ਨਵ ਮੱਤ ਦਾ ਸੰਤ ਗਰਮ ਹੋ ਗਿਆ ਅਤੇ ਕਹਿਣ ਲੱਗਾ, ਜਨਮਾਂ ਜਨਮਾਂ ਦੀ ਬੰਦਗੀ ਮਿੱਟੀ ਵਿੱਚ ਮਿਲ ਗਈ। ਨਿਰਗੁਰੇ ਦੇ ਹੱਥੋਂ ਰੋਟੀ ਖਾ ਲਈਏ। ਉਹ ਬੁੱਢਾ ਹੋ ਚੱਲਾ ਏ ਕਿ ਤੈਨੂੰ ਅਜੇ ਤੱਕ ਗੁਰੂ ਨਹੀਂ ਲੱਭਾ। ਬਾਬਾ ਅਮਰਦਾਸ ਜੀ ਹੈਰਾਨ ਨੇ। 21 ਵਾਰ ਹਰਿਦੁਆਰ ਹੋ ਆਏ ਆ, ਗੰਗਾ ਵੀ ਇਸ਼ਨਾਨ ਕਰ ਆਏ ਆ, ਅਜੇ ਵੀ ਗੱਲ ਨਹੀਂ ਬਣੀ। ਉਸ ਸਾਰੀ ਰਾਤ ਬਾਬਾ ਜੀ ਨੂੰ ਨੀਂਦ ਨਾ ਆਈ। ਉਧਰੋਂ ਬਾਬਾ ਅਮਰਦਾਸ ਜੀ ਭਤੀਜੀ ਨੇ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਸ਼ੁਰੂ ਕਰ ਰਿਹਾ। ਬਾਬਾ ਅਮਰਦਾਸ ਜੀ ਸੋਚ ਰਹੇ ਨੇ, ਮੇਰੇ ਨਾਲੋਂ ਤੇ ਇਹ ਬੱਚੀ ਸਿਆਣੀ ਏ, ਜਿਹੜੀ ਕਹਿ ਰਹੀ ਹੈ 100 ਚੰਦਰਮਾ ਹੋਵੇ, 1000 ਸੂਰਜ ਹੋਵੇ ਤਾਂ ਵੀ ਗੁਰੂ ਬਿਨਾ ਪ੍ਰਕਾਸ਼ ਨਹੀਂ ਹੋ ਸਕਦਾ। ਬਾਬਾ ਅਮਰਦਾਸ ਜੀ ਉਸੇ ਵੇਲੇ ਉੱਠੇ ਨੇ, ਬੂਹਾ ਖੋਲ੍ਹਿਆ। ਗੁਰਬਾਣੀ ਦੀ ਆਵਾਜ਼ ਸੁਣ ਕੇ ਬਾਬੇ ਅਮਰਦਾਸ ਦਾ ਮਨ ਮੋਹਿਆ ਗਿਆ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਬੇਟੀ ਇਹ ਕੀ ਪੜ੍ਹ ਰਹੀ ਏ? ਪਿਤਾ ਜੀ, ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਮੈਂ ਗੁਰਬਾਣੀ ਪੜ੍ਹ ਰਹੀ ਹਾਂ। ਬਾਬਾ ਅਮਰਦਾਸ ਜੀ ਪੁੱਛਣ ਲੱਗੇ, ਬੇਟੀ ਇਹ ਗੁਰਬਾਣੀ ਕਿਹਦੀ ਏ? ਬੀਬੀ ਅਮਰੋ ਕਹਿਣ ਲੱਗੀ, ਕਲ ਯੁਗ ਦੇ ਪੂਰਨ ਅਵਤਾਰ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਏ। ਬਾਬਾ ਅਮਰਦਾਸ ਜੀ ਪੁੱਛਣ ਲੱਗੇ, ਬੇਟੀ ਅੱਜ ਕੱਲ੍ਹ ਗੁਰੂ ਨਾਨਕ ਦੇਵ ਜੀ ਕਿੱਥੇ ਨੇ? ਬੀਬੀ ਅਮਰੋ ਕਹਿਣ ਲੱਗੀ, ਉਹ ਤਾਂ ਅਕਾਲ ਪੁਰਖ ਵਿੱਚ ਲੀਨ ਹੋ ਗਏ ਨੇ, ਪਰ ਸ਼ਾਇਦ ਆਪ ਜੀ ਨੂੰ ਨਹੀਂ ਪਤਾ। ਉਹਨਾਂ ਦੀ ਪਾਵਨ ਗੱਦੀ ਉੱਤੇ ਮੇਰੇ ਪਰਮ ਪੂਜ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਨੇ, ਜੋ ਖਡੂਰ ਸਾਹਿਬ ਵਿੱਚ ਜੋਤ ਜਗਾ ਰਹੇ ਨੇ। ਬੇਟੀ ਘਰ ਵਿੱਚ ਗੰਗਾ ਤੇ ਮੈਨੂੰ ਪਤਾ ਨਹੀਂ, ਚੱਲ ਮੈਨੂੰ ਸਤਿਗੁਰਾਂ ਦੇ ਦਰਸ਼ਨ ਕਰਾ। ਬੀਬੀ ਅਮਰੋ ਨੂੰ ਨਾਲ ਲੈ ਕੇ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਚਲੇ ਗਏ। ਗੁਰੂ ਅੰਗਦ ਦੇਵ ਜੀ ਦਾ ਦਰਬਾਰ ਸਜਿਆ ਹੋਇਆ ਸੀ। ਨਾਮ ਗੁਰਬਾਣੀ ਦੀ ਵਰਖਾ ਹੋ ਰਹੀ ਏ। ਰਾਗੀ ਸਿੰਘ ਕੀਰਤਨ ਕਰ ਰਹੇ ਨੇ। ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਆਂਦਿਆਂ ਤੱਕਿਆ ਤੇ ਆਦਰ ਸਤਿਕਾਰ ਨਾਲ ਖੜੇ ਹੋ ਗਏ। ਕਹਿਣ ਲੱਗੇ, ਸਾਡੇ ਰਿਸ਼ਤੇਦਾਰ ਆਏ ਨੇ, ਸੰਬੰਧੀ ਆਏ ਨੇ, ਬੇਟੀ ਆਈ ਏ। ਬਾਬਾ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇ ਚਰਨੀ ਡਿੱਗ ਪਏ ਅਤੇ ਕਹਿਣ ਲੱਗੇ, ਸਤਿਗੁਰੂ ਜੀ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਕੁੜਮ ਬਣ ਕੇ ਨਹੀਂ ਆਇਆ, ਮੈਂ ਤੁਹਾਡਾ ਸਿੱਖ ਬਣ ਕੇ ਆਇਆ ਹਾਂ। ਕਿਰਪਾ ਕਰੋ, ਮੈਨੂੰ ਸਿੱਖੀ ਦਾਨ ਬਖਸ਼ੋ। ਸ੍ਰੀ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਪਿਆਰਿਆ ਸਿੱਖੀ ਬੜੇ ਉੱਚੇ ਭਾਗਾਂ ਨਾਲ ਮਿਲਦੀ ਏ, ਸੇਵਾ ਕਰਨੀ ਪਵੇਗੀ। ਬੀਬੀ ਅਮਰੋ ਤਾਂ ਹਜ਼ੂਰ ਦੇ ਚਰਨ ਪਰਸ ਕੇ ਚਲੀ ਗਈ, ਪਰ ਬਾਬਾ ਅਮਰਦਾਸ ਉਥੇ ਸੇਵਾ ਕਰਨ ਲਈ ਟਿਕ ਪਏ। ਤਨ ਮਨ ਨਿਹਾਲ ਹੋ ਗਿਆ। ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਪੁੱਛਣ ਲੱਗੇ, ਪਿਆਰਿਓ ਕਿਹੜੀ ਸੇਵਾ ਕਰਦੇ ਹੋ? ਬਾਬਾ ਅਮਰਦਾਸ ਜੀ ਕਹਿਣ ਲੱਗੇ, ਜੋ ਕੁਝ ਵੀ ਸਾਹਮਣੇ ਆਉਂਦਾ ਏ ਉਹੀ ਕੁਝ ਕਰਦਾ ਐ। ਲੰਗਰ ਦੇ ਝੂਠੇ ਭਾਂਡੇ ਮਾਂਜਦੇ, ਸੰਗਤਾਂ ਨੂੰ ਜਲ ਛਕਾਉਂਦੇ, ਸੰਗਤਾਂ ਦੀ ਸੇਵਾ ਕਰਦੇ। ਸ੍ਰੀ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਠੀਕ ਹੈ, ਬਾਕੀ ਸੇਵਾ ਦਿਨ ਭਰ ਕਰਦੇ ਜਾਣਾ, ਪਰ ਅੰਮ੍ਰਿਤ ਵੇਲੇ ਉੱਠਿਆ ਕਰੋ
ਦਰਿਆ ਬਿਆਸਾ ਤੋਂ ਜਾ ਕੇ ਜਲ ਦੀ ਗਾਗਰ ਲਿਆਇਆ ਕਰੋ ਤੇ ਸਵੇਰੇ 4 ਵਜੇ ਤੋਂ ਪਹਿਲਾਂ ਸਾਡਾ ਇਸ਼ਨਾਨ ਤੁਸੀਂ ਕਰਾਇਆ ਕਰੋ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਮਹਾਰਾਜ ਸਤ ਬਚਨ। ਸੇਵਾ ਸ਼ੁਰੂ ਕਰ ਦਿੱਤੀ। ਸੇਵਾ ਕਰਦਿਆਂ 1 ਸਾਲ 2 ਸਾਲ 4 ਸਾਲ ਚਲੇ ਗਏ। 12 ਸਾਲ ਸੇਵਾ 12 ਸਾਲ ਹੋ ਗਏ ਨੇ। ਇਤਨੀ ਕਠੋਰ ਸੇਵਾ। ਲੋ ਜੀ, ਇੱਕ ਆਖਰੀ ਇਮਤਿਹਾਨ ਹੋਣ ਲੱਗਾ ਏ। ਕਦੇ ਕਦੇ ਗੁਰੂ ਸਿੱਖ ਦੀ ਪਰਖ ਲੈਂਦਾ ਏ, ਹਰ ਵੇਲੇ ਨਹੀਂ। ਬਾਬਾ ਅਮਰਦਾਸ ਜੀ 2:30 ਵਜੇ ਉੱਠੇ ਨੇ ਅਤੇ ਦਰਿਆ ਬਿਆਸਾ ਵੱਲ ਤੁਰ ਪਏ ਨੇ। ਉੱਤੋਂ ਬੱਦਲ ਛਾਏ ਨੇ, ਕਣੀਆਂ ਆ ਰਹੀਆਂ ਨੇ। ਦਰਿਆ ਬਿਆਸ ਤੇ ਪਹੁੰਚੇ ਨੇ। ਘੁੰਮਣ ਘੇਰੀਆ ਸ਼ੁਰੂ ਹੋ ਗਈਆ। ਪਾਣੀ ਠਾਠਾਂ ਮਾਰ ਰਿਹਾ ਏ। ਰਾਤ ਹਨੇਰੀ ਘੁੰਮਣ ਘੇਰੀ, ਪਾਣੀ ਠਾਠਾਂ ਮਾਰੇ। ਸੇਵਕ ਕੋ ਸੇਵਾ ਬਨਿਆਈ। ਹਰ ਰੋਜ਼ ਦੀ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਦਰਿਆ ਬਿਆਸਾ ਤੋਂ ਜਲ ਦੀ ਗਾਗਰ ਭਰੀ ਤੇ ਮੋਢੇ ਤੇ ਚੁੱਕ ਕੇ ਤੁਰ ਪਏ ਨੇ। ਉਧਰੋਂ ਹਵਾ ਬਹੁਤ ਜ਼ੋਰ ਦੀ ਚੱਲ ਰਹੀ ਏ। ਰਸਤੇ ਜਾਂਦਿਆਂ ਕਦੇ ਇੱਧਰ ਹੋ ਜਾਂਦੇ ਨੇ ਤੇ ਕਦੇ ਉੱਧਰ। ਚਲਦੇ ਚਲਦੇ ਨਗਰ ਕੋਲ ਪਹੁੰਚੇ ਨੇ। ਜਿੱਥੇ ਜੁਲਾਹਾ ਖੱਡੀ ਬੁੰਦਾ ਸੀ, ਉੱਥੇ ਕੁਝ ਕਿੱਲੇ ਠੁੱਕੇ ਹੋਏ ਸਨ ਤੇ ਨਾਲ ਹੀ ਖੱਡੀ ਸੀ। ਬਾਬਾ ਅਮਰਦਾਸ ਜੀ ਨੂੰ ਪੈਰ ਦਾ ਠੇਡਾ ਲੱਗਾ। ਕਿੱਲੇ ਵਿੱਚ ਲੱਗੇ ਹਜੂਰ ਤੇ ਖੱਡੀ ਵਿੱਚ ਡਿੱਗ ਪਏ। ਇਤਨੀ ਕੋਸ਼ਿਸ਼ ਕੀਤੀ ਕਿ ਸੱਟ ਲੱਗ ਜਾਵੇ, ਪਰ ਜਲ ਨਹੀਂ ਡੁੱਲਣ ਦਿੱਤਾ। ਬਾਬਾ ਅਮਰਦਾਸ ਜੀ ਦੇ ਗੋਡੇ ਉੱਤੇ ਸੱਟ ਵੀ ਲੱਗ ਗਈ, ਪਰ ਜਲ ਨਹੀਂ ਡੁੱਲਣ ਦਿੱਤਾ। ਉਧਰੋਂ ਅੰਦਰ ਜੁਲਾਹਾ ਤੇ ਜੁਲਾਹੀ ਗੱਲਾਂ ਕਰ ਰਹੇ ਨੇ। ਜੁਲਾਹਾ ਕਹਿ ਰਿਹਾ ਹੈ, ਦੇ ਇਤਨੀ ਰਾਤ ਨੂੰ ਕੌਣ ਹੈ? ਕਿਧਰੇ ਕੋਈ ਚੋਰ ਚਕਾਰ ਨਾ ਹੋਵੇ। ਉਸ ਦੀ ਪਤਨੀ ਕਹਿਣ ਲੱਗੀ, ਸਾਡੇ ਗਰੀਬਾਂ ਦੇ ਘਰ ਚੋਰਾਂ ਨੇ ਕੀ ਲੈਣਾ ਏ? ਇਹ ਤਾਂ ਉਹ ਅਮਰੂ ਨਿਥਾਵਾਂ ਹੋਣਾ ਏ। 12 ਸਾਲ ਹੋ ਗਏ ਵਿਚਾਰਾ ਕੁੜਮਾਂ ਦੇ ਬੂਹੇ ਅੱਗੇ ਬੈਠਾ ਏ। ਰੋਟੀਆਂ ਖਾ ਛੱਡਦਾ ਏ ਤੇ ਪਾਣੀ ਢੋ ਛੱਡਦਾ ਏ। ਜਦ ਬਾਬਾ ਅਮਰਦਾਸ ਜੀ ਦੇ ਕੰਨੀ ਅਮਰੂ ਨਿਥਾਵਾਂ ਸ਼ਬਦ ਪਿਆ ਤਾਂ ਚਿਹਰੇ ਉੱਤੇ ਜਲਾਲ ਆ ਗਿਆ। ਕਹਿਣ ਲੱਗੇ, ਨੀ ਉਹ ਚੱਲੀਏ, ਹੁਣ ਮੈਂ ਨਿਥਾਵਾਂ ਨਹੀਂ, ਹੁਣ ਤਾਂ ਮੈਂ ਥਾਂ ਵਾਲਾ ਬਣ ਗਿਆ ਏ। ਮੈਂ ਗੁਰੂ ਵਾਲਾ ਬਣ ਗਿਆ ਏ। ਮੈਨੂੰ ਅਜੇ ਵੀ ਨਿਥਾਵਾਂ ਕਹੀ ਜਾਂਦੀ ਏ। ਬਸ ਮੂੰਹ ਚੋਂ ਬਚਨ ਨਿਕਲਣ ਦੀ ਦੇਰ ਸੀ। ਉਹ ਜੁਲਾਹੀ ਝੱਲੀ ਹੋ ਗਈ, ਇੱਕਦਮ ਪਾਗਲ ਹੋ ਗਈ। ਇਹ ਕੋਤਕ ਦੇਖ ਕੇ ਕਿਸੇ ਸੇਵਕ ਨੇ ਗੁਰੂ ਅੰਗਦ ਦੇਵ ਨੂੰ ਦੱਸਿਆ ਕਿ ਜੁਲਾਹੀ ਨੇ ਆਪ ਜੀ ਦੇ ਪਰਮ ਪਿਆਰੇ ਸੇਵਕ ਬਾਬਾ ਅਮਰਦਾਸ ਜੀ ਨੂੰ ਨਿਥਾਵਾਂ ਆਖਿਆ ਏ। ਜਦ ਇਹ ਸ਼ਬਦ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੰਨੀ ਪਏ ਤਾਂ ਇਹ ਸ਼ਬਦ ਗੁਰੂ ਅੰਗਦ ਦੇਵ ਜੀ ਸੀਨੇ ਤੀਰ ਵਾਂਗ ਲੱਗੇ ਅਤੇ ਕਹਿਣ ਲੱਗੇ, ਬਾਬਾ ਅਮਰਦਾਸ ਜੀ ਨੂੰ ਬੁਲਾਓ। ਬਾਬਾ ਅਮਰਦਾਸ ਜੀ ਨੂੰ ਬੁਲਾਇਆ ਅਤੇ ਕਹਿਣ ਲੱਗੇ, ਅੱਗੇ ਤੁਸੀਂ ਸਾਡਾ ਇਸ਼ਨਾਨ ਕਰਾਉਂਦੇ ਸੋ, ਅੱਜ ਅਸੀਂ ਤੁਹਾਡਾ ਇਸ਼ਨਾਨ ਕਰਾਵਾਂਗੇ। ਨਵੇਂ ਬਸਤਰ ਪਹਿਨਾਏ ਤੇ ਇਤਨੀ ਕਿਰਪਾ ਕੀਤੀ ਕਿ ਗੁਰਗੱਦੀ ਬਖਸ਼ ਦਿੱਤੀ ਅਤੇ 12 ਵਰ ਦਿੱਤੇ। ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਪੱਦਿਆਂ ਦੀ ਪੱਦ, ਨਿਗੱਦਿਆਂ ਦੀ ਗੱਦ, ਨਿਧੀਰਨ ਕੇ ਧੀਰ, ਪੀਰਨ ਕੇ ਪੀਰ, ਦਿਆਲ ਮਈ ਬਹੋੜ, ਜਗਤ ਬੰਦੀ ਛੋੜ, ਭੰਨਣ ਕਰਨ ਸਮਰੱਥ, ਸਭ ਜੀਵ ਕਰ ਇਸ ਹੱਥ। ਆਓ ਅਸੀਂ ਵੀ ਇਸੇ ਸ਼ਰਧਾ ਪਿਆਰ ਨਾਲ ਗੁਰੂ ਦੀ ਸੇਵਾ ਕਰੀਏ ਅਤੇ ਆਪਣਾ ਜਨਮ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।